ਸਤਿ ਸ਼੍ਰੀ ਅਕਾਲ ਬੇਟਾ ਸਾਰਿਆਂ ਨੂੰ। ਅੱਜ ਆਪਾਂ ਕਲਾਸ 11 ਪੋਲੀਟੀਕਲ ਸਾਇੰਸ ਦਾ ਬੇਟੇ ਚੈਪਟਰ ਕਰਾਂਗੇ। ਫਸਟ ਚੈਪਟਰ ਕੌਨਸਟੀਟਿਊਸ਼ਨ ਵਾਈ ਐਂਡ ਹਾਊ। ਕਾफ़ੀ ज़्यादा ਸਿੰਪਲ ਚੈਪਟਰ ਹੈ, ਕੋਈ ਬਹੁਤਾ ਜ਼ਿਆਦਾ ਡਿਫੀਕਲਟ ਚੀਜ਼ ਨਹੀਂ ਹੈ ਇਹਦੇ ਵਿੱਚ, ਰਾਈਟ। ਅਗਰ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖਦੇ ਹੋ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੌਨਸਟੀਟਿਊਸ਼ਨ ਵਾਲੀਆਂ ਕਲੀਅਰ ਹੋ ਜਾਣਗੀਆਂ ਬਿਲਕੁਲ ਇੱਕਦਮ ਬੇਟੇ। ਓਕੇ, ਸੋ ਲੈਟਸ ਸਟਾਰਟ ਵਿਦ ਦ ਚੈਪਟਰ। ਫਸਟ ਆਫ ਆਲ ਜਿਹੜਾ ਕੁਐਸਚਨ ਆਉਂਦਾ ਹੈ ਸਾਡੇ ਸਾਰਿਆਂ ਦੇ ਲਈ ਕਿ ਬਈ ਐਕਚੁਅਲ ਦੇ ਵਿੱਚ ਵਾਟ ਇਜ਼ ਕੌਨਸਟੀਟਿਊਸ਼ਨ, ਕੌਨਸਟੀਟਿਊਸ਼ਨ ਹੈ ਕੀ, ਅਸੀਂ ਕਿਸ ਨੂੰ ਕੌਨਸਟੀਟਿਊਸ਼ਨ ਕਹਿੰਦੇ ਹਾਂ ਔਰ ਇਹ ਕੀ ਹੁੰਦਾ ਹੈ। ਸੋ ਅਗਰ ਆਪਾਂ ਇਸ ਚੀਜ਼ ਦਾ ਕੁਐਸਚਨ ਦਾ ਆਨਸਰ ਦੀ ਗੱਲ ਕਰਦੇ ਹਾਂ, ਦੇਖਦੇ ਹਾਂ ਕੌਨਸਟੀਟਿਊਸ਼ਨ ਕੀ ਹੈ, ਤਾਂ ਇਹ ਕੀ ਹੈ, ਬੇਸਿਕ ਪ੍ਰਿੰਸੀਪਲਸ ਐਂਡ ਲਾ ਆਫ ਨੇਸ਼ਨ। ਕਿਸੇ ਵੀ ਨੇਸ਼ਨ ਦੇ ਜੋ ਬੇਸਿਕ ਪ੍ਰਿੰਸੀਪਲਸ ਔਰ ਜੋ ਉਸਦੇ ਕਾਨੂੰਨ ਹੁੰਦੇ ਨੇ, ਨੇਸ਼ਨ ਦੇ ਜਾਂ ਬੇਟੇ ਸਟੇਟ ਦੇ ਜਾਂ ਕਿਸੇ ਸੋਸ਼ਲ ਗਰੁੱਪ ਦੇ। ਦੇਖੋ, ਕੌਨਸਟੀਟਿਊਸ਼ਨ ਸਿਰਫ ਸਰਕਾਰਾਂ ਦਾ ਜਾਂ ਦੇਸ਼ ਦਾ ਹੀ ਨਹੀਂ ਹੁੰਦਾ ਬੇਟੇ, ਇੱਥੇ ਇਹ ਚੀਜ਼ ਧਿਆਨ ਦੇਣ ਵਾਲੀ ਹੈ। ਕੌਨਸਟੀਟਿਊਸ਼ਨ ਹਰ ਬੋਡੀ ਦਾ ਹੁੰਦਾ ਹੈ। ਸਾਡਾ ਸਕੂਲ ਹੈ, ਉਸ ਦਾ ਵੀ ਇੱਕ ਕੌਨਸਟੀਟਿਊਸ਼ਨ ਹੈ, ਸੰਵਿਧਾਨ ਨੇ। ਜਿੱਥੇ ਵੀ ਕੁਝ ਰੂਲਸ ਰੈਗੂਲੇਸ਼ਨਸ ਨੇ, ਕੌਨਸਟੀਟਿਊਸ਼ਨ ਉੱਥੇ ਹੈ, ਠੀਕ ਹੈ। ਸਕੂਲ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਨ ਲਈ ਉਸਦੇ ਕੁਝ ਰੂਲ ਰੈਗੂਲੇਸ਼ਨਸ ਨੇ। ਕੋਈ ਗਵਰਨਮੈਂਟ ਆਫਿਸ ਹੈ, ਕੋਈ ਪ੍ਰਾਈਵੇਟ ਆਫਿਸ ਹੈ, ਬੈਂਕਸ ਨੇ, ਹੌਸਪੀਟਲਸ ਨੇ, ਯੂਨੀਵਰਸਿਟੀਜ਼ ਨੇ, ਰਾਈਟ। ਸਾਡੀ ਸੁਸਾਇਟੀ ਹੈ, ਸਾਡਾ ਈਵਨ ਦੈਨ ਸਾਡਾ ਘਰ, ਉੱਥੇ ਵੀ ਬੇਟੇ ਜਿਹੜਾ ਹੈ ਰੂਲਸ ਰੈਗੂਲੇਸ਼ਨਸ ਹੁੰਦੇ ਨੇ। ਹਰ ਘਰ ਦੇ ਵੀ ਕੁਝ ਰੂਲ ਰੈਗੂਲੇਸ਼ਨ ਹੁੰਦੇ ਨੇ। ਤਾਂ ਕੌਨਸਟੀਟਿਊਸ਼ਨ ਜਿਹੜਾ ਉਹ ਹਰ ਜਗ੍ਹਾ ਹੀ ਪਾਇਆ ਜਾਂਦਾ ਹੈ। ਤਾਂ ਕੀ ਹੈ, ਬੇਸਿਕ ਪ੍ਰਿੰਸੀਪਲ ਐਂਡ ਲਾ ਆਫ ਅ ਨੇਸ਼ਨ, state or social group that determine the power and duty of government। ਇਹ ਉਹ ਰੂਲਸ ਰੈਗੂਲੇਸ਼ਨ ਨੇ ਜਿਹੜੇ ਸਰਕਾਰ ਦੀ ਡਿਊਟੀ ਨੂੰ ਨਿਰਧਾਰਿਤ ਕਰਦੇ ਨੇ, ਸਰਕਾਰ ਨੂੰ ਦੱਸਦੇ ਨੇ ਕਿ ਉਸਦੀ ਡਿਊਟੀ ਕੀ ਹੈ। ਐਂਡ ਗਰੰਟੀਡ ਸਰਟਨ ਰਾਈਟ ਟੂ ਦ ਪੀਪਲ ਇਨ ਇਟ। ਔਰ ਉਸ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੁਝ ਰਾਈਟਸ ਜਿਹੜੇ ਨੇ ਉਹ ਪ੍ਰੋਵਾਈਡ ਕਰਵਾਉਂਦੇ ਨੇ, ਜਿਵੇਂ ਤੁਹਾਨੂੰ ਮਿਲਦੇ ਨੇ ਫੰਡਾਮੈਂਟਲ ਰਾਈਟ, ਜਿਹੜੇ ਤੁਸੀਂ ਪਿਛਲੀਆਂ ਕਲਾਸਾਂ ਵਿੱਚ ਪੜ੍ਹ ਕੇ ਆਏ ਹੋਏ ਹੋ। ਜਾਂ ਆਪਾਂ ਕੌਨਸਟੀਟਿਊਸ਼ਨ ਨੂੰ ਕੀ ਕਹਿ ਸਕਦੇ ਹਾਂ, ਇਨ ਅਦਰ ਵਰਡ ਇਟਸ ਅ ਰਿਟਨ instrument, or you can say it's a written document. Instrument and document both are same. A written instrument embodying the rule of a political or social organization। ਕਿਸੇ political ਜਾਂ social organization ਦੇ ਜਿੱਥੇ rules ਨੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, constitution। ਐਕਚੁਅਲ ਦੇ ਵਿੱਚ ਅਗਰ ਆਪਾਂ ਇਸ ਚੀਜ਼ ਨੂੰ ਸਮਝਣਾ ਹੋਵੇ ਕੌਨਸਟੀਟਿਊਸ਼ਨ ਨੂੰ ਕੀ ਇਹ ਚੀਜ਼ ਹੈ, ਤਾਂ ਇੱਧਰ ਦੇਖੋ, ਇਹ ਹੈ ਬੇਟੇ ਸਾਡੀ ਕੰਟਰੀ ਦੀ, ਨੇਸ਼ਨ ਦੀ ਜਿਹੜੀ ਹੈ ਪਾਪੂਲੇਸ਼ਨ, ਸਾਡੇ ਕੰਟਰੀ ਦੇ ਸਿਟੀਜ਼ਨਸ। ਔਰ ਇਹ ਹੈ ਸਾਡੀ ਗਵਰਨਮੈਂਟ। ਐਸ ਗਵਰਨਮੈਂਟ ਔਰ ਐਸ ਸਿਟੀਜ਼ਨਸ ਦੇ ਵਿਚਕਾਰ ਜੋ ਇੱਕ ਕੜੀ ਦੀ ਤਰ੍ਹਾਂ ਕੰਮ ਕਰ ਰਿਹਾ, ਇੱਕ ਲਿੰਕ ਕੰਮ ਕਰ ਰਿਹਾ ਜਿਹਨੇ ਦੋਨਾਂ ਨੂੰ ਜੋੜਿਆ ਹੋਇਆ ਹੈ, ਉਹ ਲਿੰਕ ਕਿਹੜਾ ਹੈ, ਉਹ ਲਿੰਕ ਹੈ ਬੇਟੇ ਸਾਡਾ ਕੌਨਸਟੀਟਿਊਸ਼ਨ। ਕੌਨਸਟੀਟਿਊਸ਼ਨ ਗਵਰਨਮੈਂਟ ਔਰ ਸਿਟੀਜ਼ਨਸ ਦੇ ਵਿਚਕਾਰ ਜਿਹੜਾ ਹੈ ਰਿਲੇਸ਼ਨ ਜਿਹੜਾ ਹੈ ਉਸ ਚੀਜ਼ ਨੂੰ ਬਾਉਂਡ ਕਰਦਾ ਹੈ, ਬਣਾਉਂਦਾ ਹੈ। ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਏਗੀ ਬੇਟਾ ਕਿ ਕੌਨਸਟੀਟਿਊਸ਼ਨ ਕੀ ਹੁੰਦਾ ਹੈ ਔਰ ਅਸੀਂ ਕਿਸ ਨੂੰ ਕੌਨਸਟੀਟਿਊਸ਼ਨ ਬੋਲਦੇ ਹਾਂ। ਨੈਕਸਟ ਆ ਜਾਂਦਾ ਹੈ ਵਾਈ ਵੀ ਨੀਡ ਕੌਨਸਟੀਟਿਊਸ਼ਨ। ਸਾਨੂੰ ਕੌਨਸਟੀਟਿਊਸ਼ਨ ਦੀ ਜ਼ਰੂਰਤ ਕਿਉਂ ਹੈ। ਵੀ ਨੀਡ ਕੌਨਸਟੀਟਿਊਸ਼ਨ ਟੂ ਗਵਰਨ ਅ ਕੰਟਰੀ ਪ੍ਰੋਪਰਲੀ। ਜਿਵੇਂ ਆਪਾਂ ਪਹਿਲਾਂ ਹੁਣੇ ਹੀ ਡਿਸਕਸ ਕੀਤਾ ਕਿ ਕਿਸੇ ਵੀ ਸੰਸਥਾ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ ਬੇਟਾ ਸਾਨੂੰ ਕੋਈ ਰੂਲਸ ਰੈਗੂਲੇਸ਼ਨ ਦੀ ਜ਼ਰੂਰਤ ਪੈਂਦੀ ਹੈ। ਠੀਕ ਇਸੇ ਤਰ੍ਹਾਂ ਨਾਲ ਹੀ ਸਾਡੀ ਕੰਟਰੀ ਨੂੰ ਸਹੀ ਤਰੀਕੇ ਨਾਲ ਗਵਰਨ ਕਰਨ ਦੇ ਲਈ ਸਾਨੂੰ ਜਿਹੜਾ ਹੈ ਉਹ ਸੰਵਿਧਾਨ ਦੀ ਜ਼ਰੂਰਤ ਹੈ। ਸੋ ਦਿਸ ਇਜ਼ ਦਾ ਫਸਟ ਨੀਡ, ਰਾਈਟ। ਇਹ ਇੱਕ ਪਹਿਲੀ ਜ਼ਰੂਰਤ ਹੈ ਕਿ ਕੰਟਰੀ ਨੂੰ ਠੀਕ ਤਰੀਕੇ ਨਾਲ ਰਨ ਕਰਨ ਦੇ ਲਈ ਸਾਨੂੰ ਕੌਨਸਟੀਟਿਊਸ਼ਨ ਦੀ ਜ਼ਰੂਰਤ ਹੈ। ਦੈਨ ਦ ਕੌਨਸਟੀਟਿਊਸ਼ਨ ਡਿਫਾਈਨਸ ਦ ਨੇਚਰ ਆਫ ਪੋਲੀਟੀਕਲ ਸਿਸਟਮ ਆਫ ਅ ਕੰਟਰੀ। ਕੋਈ ਨੇਸ਼ਨ ਬੇਟੇ ਕਿਵੇਂ ਦਾ ਹੈ ਸਾਨੂੰ ਉਸਦੇ ਕੌਨਸਟੀਟਿਊਸ਼ਨ ਤੋਂ ਪਤਾ ਚੱਲ ਜਾਂਦਾ ਹੈ। ਅਗਰ ਤੁਸੀਂ ਇੰਡੀਅਨ ਕੌਨਸਟੀਟਿਊਸ਼ਨ ਦੀ ਪ੍ਰੈਂਬਲ ਨੂੰ ਪੜ੍ਹਦੇ ਹੋ, ਬਿਲਕੁਲ ਫਸਟ ਪੇਜ, ਵੈਰੀ ਫਸਟ ਪੇਜ, ਦੈਨ ਯੂ ਵਿਲ ਗੈਟ ਦ ਆਈਡੀਆ ਅਬਾਊਟ ਦ ਇੰਡੀਅਨ ਸਟੇਟ, ਕਿ ਜਿਹੜੀ ਇੰਡੀਆ, ਜਿਹੜੀ ਸਟੇਟ ਹੈ ਇੰਡੀਆ, ਉਹ ਕਿਸ ਤਰੀਕੇ ਦੀ ਹੈ। ਅਸੀਂ ਉਸਦੀ ਪ੍ਰੈਂਬਲ ਨੂੰ ਪੜ੍ਹ ਕੇ ਆਸਾਨੀ ਨਾਲ ਜਿਹੜਾ ਹੈ ਉਹ ਆਈਡੀਆ ਲਗਾ ਲੈਂਦੇ ਹਾਂ। ਇਟਸ ਅ ਸੋਸ਼ਲਿਸਟ, ਇਟਸ ਅ ਸੋਵਰਨ ਸੋਸ਼ਲਿਸਟ ਸੈਕੂਲਰ ਸਟੇਟ, ਡੈਮੋਕ੍ਰੇਟਿਕ ਹੈ, ਰਿਪਬਲਿਕ ਹੈ, ਰਾਈਟ। ਤਾਂ ਸਾਨੂੰ ਸਾਰਾ ਪਤਾ ਚੱਲ ਜਾਂਦਾ ਹੈ ਉਸ ਕੰਟਰੀ ਦੇ ਬਾਰੇ। ਇਨ ਨਟਸ਼ੈਲ ਵਾਟ ਵੀ ਕੈਨ ਸੇ ਦੈਟ ਕੌਨਸਟੀਟਿਊਸ਼ਨ ਜਿਹੜਾ ਹੈ ਉਹ ਹਰ ਕੰਟਰੀ ਦੇ ਪੋਲੀਟੀਕਲ ਸਿਸਟਮ ਕਿੱਦਾਂ ਦਾ ਹੈ ਉਸ ਚੀਜ਼ ਨੂੰ ਨਿਰਧਾਰਿਤ ਕਰਦਾ ਹੈ। ਦੈਨ ਦ ਨੈਕਸਟ ਵਨ, constitution allow coordination and assurance। now this is very important point। actually government ਦੇ ਬੇਟਾ ਸਾਡੇ ਕੋਲ ਤਿੰਨ ਪਾਰਟ ਹੁੰਦੇ ਨੇ, ਆਪਾਂ ਜਾਣਦੇ ਹਾਂ। ਲਾਸਟ ਕਲਾਸਿਸ ਜਿਹੜੀਆਂ ਨੇ ਉਹਨਾਂ ਵਿੱਚ ਤੁਸੀਂ ਪੜ੍ਹ ਕੇ ਆਏ ਹੋ।
legislature, executive and judiciary, right? And the fourth state of democracy is the media. ਤੋ ਜਿਹੜੀਆਂ ਤਿੰਨ ਪਾਰਟ ਨੇ ਗਵਰਨਮੈਂਟ ਦੇ, ਲੈਜਿਸਲੇਚਰ, ਐਗਜ਼ੈਕਟਿਵ ਐਂਡ ਜੁਡੀਸ਼ਰੀ, ਉਹਨਾਂ ਤਿੰਨੋਂ ਪਾਰਟਸ ਦੇ ਵਿਚਕਾਰ ਨਾ ਕੋਆਰਡੀਨੇਟ ਬਣਾਉਣਾ, ਰਾਈਟ, ਔਰ ਸਹੀ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਹੈ ਕੰਮ ਕਰਵਾਉਣਾ, ਉਹ ਕੌਣ ਜਿਹੜੀ ਚੀਜ਼ ਜਿਹੜੀ ਹੈ ਉਹ ਡਿਫਾਈਨ ਕਰਦੀ ਹੈ, ਉਹ ਚੀਜ਼ ਡਿਫਾਈਨ ਕਰਦੀ ਹੈ ਬੇਟਾ ਕੌਨਸਟੀਟਿਊਸ਼ਨ। ਆਲ ਦਾ ਥ੍ਰੀ organ of government, executive, legislature and judiciary functions within the constitution. If they act against it, it is unconstitutional and unlawful। ਮਤਲਬ ਇਹ ਤਿੰਨੋਂ ਜਿਹੜੇ ਨੇ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਹੀ ਵਰਕ ਕਰਦੇ ਨੇ। ਅਗਰ ਇਹ ਕੌਨਸਟੀਟਿਊਸ਼ਨ ਤੋਂ ਬਾਹਰ ਜਾ ਕੇ ਵਰਕ ਕਰਦੇ ਨੇ ਤਾਂ ਉਹ ਅਨਕੌਨਸਟੀਟਿਊਸ਼ਨਲ ਔਰ ਅਨਲਾਫੁਲ ਹੁੰਦਾ ਹੈ। ਵੈਲ ਦੈਨ ਇਨ ਦੈਟ ਕੇਸ ਗਵਰਨਮੈਂਟਸ ਜਿਹੜੀਆਂ ਨੇ, ਇਹ ਜਿਹੜੇ ਐਗਜ਼ੈਕਟਿਵ, ਲੈਜਿਸਲੇਚਰ ਜਾਂ ਜੁਡੀਸ਼ਰੀ ਹੈ, ਇਹਨਾਂ ਦੇ ਖਿਲਾਫ ਜਿਹੜਾ ਹੈ ਐਕਸ਼ਨ ਇਨੀਸ਼ੀਏਟ ਹੋ ਜਾਂਦਾ ਹੈ। ਨੈਕਸਟ ਵਨ, ਸਪੈਸੀਫਿਕੇਸ਼ਨ ਆਫ ਡਿਸੀਜ਼ਨ ਮੇਕਿੰਗ ਪਾਵਰ। ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਡਿਸੀਜ਼ਨ ਲੈਣੇ ਨੇ ਤਾਂ ਸਾਡਾ ਜਿਹੜਾ ਉਹ ਡਿਸੀਜ਼ਨ ਹੈ ਬੇਟਾ, ਉਹ ਉਸ ਨੂੰ ਲੈਣ ਦੇ ਲਈ ਕਿਹੜੀ ਅਥਾਰਟੀ ਜ਼ਿੰਮੇਵਾਰ ਹੈ, ਹੂ ਇਜ਼ ਰਿਸਪੋਂਸਿਬਲ ਫॉर ਡਿਸੀਜ਼ਨ ਮੇਕਿੰਗ, ਇਸ ਚੀਜ਼ ਨੂੰ ਸਪੈਸੀਫਾਈ ਕਰਨਾ ਸਪੈਸ਼ਲੀ ਇਨ ਡੈਮੋਕ੍ਰੇਸੀ ਇਜ਼ ਵੈਰੀ ਇੰਪੋਰਟੈਂਟ। ਸੋ ਇਹ ਚੀਜ਼ ਵੀ ਜਿਹੜੀ ਹੈ ਸਾਨੂੰ ਕੌਨਸਟੀਟਿਊਸ਼ਨ ਦੱਸਦਾ ਹੈ। ਨੈਕਸਟ ਆ ਜਾਂਦਾ ਹੈ ਜੀ ਲਿਮਿਟੇਸ਼ਨ ਔਨ ਦਾ ਪਾਵਰ ਆਫ ਗਵਰਨਮੈਂਟ। ਲੁੱਕ ਬੇਟਾ, ਇਫ ਗਵਰਨਮੈਂਟ ਦੀਆਂ ਜਿਹੜੀਆਂ ਪਾਵਰਸ ਨੇ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਲਿਮਿਟੇਸ਼ਨ ਨਹੀਂ ਹੋਏਗੀ, ਦੈਨ ਗਵਰਨਮੈਂਟ ਬਿਕਮ ਸੁਪਰ ਪਾਵਰਫੁਲ। ਉਹਨਾਂ ਦੇ ਕੋਲ ਬਹੁਤ ਸਾਰੀ ਪਾਵਰ ਆ ਜਾਏਗੀ ਐਂਡ ਦੇ ਵਿਲ ਡੂ ਵਟ ਦੇ ਵਾਂਟ। ਉਹ ਜੋ ਚਾਹਣਗੇ ਉਹੀ ਕਰਨਗੇ, ਰਾਈਟ। ਐਂਡ ਇਨ ਦੈਟ ਕੇਸ ਜਿਹੜੇ ਸਿਟੀਜ਼ਨਸ ਨੇ ਉਹਨਾਂ ਦੇ ਰਾਈਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਘੱਟ ਜਾਣਗੇ ਐਂਡ ਦੇ ਵਿਲ ਨਾਟ ਲੀਡ ਅ ਡਿਗਨੀਫਾਈਡ ਲਾਈਫ, ਰਾਈਟ। ਸੋ ਗਵਰਨਮੈਂਟਸ ਦੀਆਂ ਪਾਵਰਸ ਨੂੰ ਲਿਮਿਟ ਕਰਦਾ ਹੈ ਸਾਡਾ ਕੌਨਸਟੀਟਿਊਸ਼ਨ, ਔਰ ਸਿਟੀਜ਼ਨਸ ਦੇ ਰਾਈਟ ਨੂੰ ਸਿਕਿਉਰ ਕਰਦਾ ਹੈ। ਫੰਡਾਮੈਂਟਲ ਆਇਡੈਂਟੀਟੀ ਆਫ ਪੀਪਲ, ਲੋਕਾਂ ਦੀ ਫੰਡਾਮੈਂਟਲ ਆਇਡੈਂਟੀਟੀ ਜਿਹੜੀ ਹੈ ਉਹ ਵੀ ਇਹਦੇ ਨਾਲ ਹੀ ਜੁੜੀ ਹੁੰਦੀ ਹੈ। ਸੋ ਦਿਸ ਇਜ਼ ਦਾ ਮੇਨ ਪੁਆਇੰਟ, ਰਾਈਟ। ਔਰ ਇੱਥੋਂ ਬੇਟੇ ਅਗਰ ਤੁਹਾਨੂੰ 4 ਮਾਰਕਸ ਜਾਂ 2 ਮਾਰਕਸ ਜਾਂ ਜਿਹੜਾ 6 ਮਾਰਕਸ ਦੇ ਲਈ ਕੁਐਸਚਨ ਜਨਰੇਟ ਹੋ ਜਾਏ ਤਾਂ ਇਹ ਜਿਹੜੇ ਪੁਆਇੰਟਸ ਨੇ ਇਹਨਾਂ ਨੂੰ ਹੀ ਤੁਸੀਂ ਐਜ਼ ਅ ਇੱਕ ਜਿਹੜਾ ਇਹ ਮੇਨ ਹੈਡਿੰਗਸ ਦੇ ਤੌਰ ਤੇ ਲੈ ਕੇ ਜਿਹੜਾ ਇਹ ਆਨਸਰ ਤੁਸੀਂ ਦੇ ਸਕਦੇ ਹੋ, ਰਾਈਟ। ਨੈਕਸਟ ਬੇਟੇ ਆ ਜਾਂਦਾ ਹੈ ਇਸੇ ਚੀਜ਼ ਨੂੰ ਜੋ ਆਪਾਂ ਪਿੱਛੇ ਪੁਆਇੰਟਸ ਡਿਸਕਸ ਕੀਤੇ ਨੇ ਅਸੀਂ ਪਿੱਛੇ ਬੇਟੇ, ਉਸੇ ਪੁਆਇੰਟਸ ਨੂੰ ਥੋੜਾ ਸੌਖੇ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਇਟ ਇਜ਼ ਐਨ ਇੰਪੋਰਟੈਂਟ ਲਾਅ ਆਫ ਦ ਲੈਂਡ। It determines the relationship of citizen with the government. It lays down principles and guidelines which are required for people belonging to different ethnic and religious group to live in harmony. As you know very well ਕਿ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ different ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਰਹਿੰਦੇ ਨੇ, ਰਾਈਟ। ਬਟ ਇੰਡੀਆ ਦੀ ਖਾਸੀਅਤ ਇਹ ਹੈ ਬੇਟਾ, ਯੂਨਿਟੀ ਇਨ ਡਾਇਵਰਸਿਟੀ ਜਿਹੜੀ ਹੈ ਇੰਡੀਆ ਦੀ ਇੱਕ ਖਾਸੀਅਤ ਹੈ। ਉਹ ਵੱਖਰੇ ਵੱਖਰੇ ਲੋਕ ਭਾਵੇਂ ਬੇਸ਼ੱਕ ਵੱਖਰੇ ਧਰਮਾਂ ਨੂੰ ਬਿਲੋਂਗ ਕਰਦੇ ਨੇ, ਡਿਫਰੈਂਟ ਕਲਚਰ ਨੇ ਉਹਨਾਂ ਦੇ, ਬਟ ਸਟਿਲ ਜਿਹੜੇ ਨੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਪਿਆਰ ਭਰੇ ਮਾਹੌਲ ਨਾਲ ਰਹਿ ਰਹੇ ਨੇ। ਜਾਂ ਇਟਸ ਰਾਈਟ ਕਿ ਕੁਝ ਪ੍ਰੋਬਲਮਸ ਆਉਂਦੀਆਂ ਨੇ, ਜ਼ਰੂਰ ਆਉਂਦੀਆਂ ਨੇ, ਲੇਕਿਨ ਫਿਰ ਵੀ ਅਸੀਂ ਜਿਹੜਾ ਇੱਕ ਚੰਗੀ ਤਰੀਕੇ ਨਾਲ, ਵਧੀਆ ਤਰੀਕੇ ਨਾਲ ਦੇਸ਼ ਵਿੱਚ ਰਹਿ ਰਹੇ ਹਾਂ। ਤਾਂ ਉਹ ਸਾਰਾ ਕੁਝ ਕਿਉਂ ਹੈ? ਬਿਕੋਜ਼ ਸਾਡੇ ਕੌਨਸਟੀਟਿਊਸ਼ਨ ਨੇ ਬੇਟੇ ਇਹ ਸਾਰੇ ਪ੍ਰੋਵੀਜ਼ਨ ਕਰਕੇ ਦਿੱਤੇ ਨੇ, ਰਾਈਟ। ਸਾਡੇ ਕੌਨਸਟੀਟਿਊਸ਼ਨ ਨੇ ਇਹ ਸਭ ਪ੍ਰੋਵੀਜ਼ਨ ਕਰਕੇ ਦਿੱਤੇ ਨੇ ਤਾਂ ਜੋ ਸਾਡੇ ਸਾਰਿਆਂ ਦੀ ਡਿਗਨਿਟੀ ਜਿਹੜੀ ਹੈ ਉਹ ਹਾਰਮ ਨਾ ਹੋਵੇ, ਉਹ ਪੂਰੀ ਤਰ੍ਹਾਂ ਰਿਟੇਨ ਰਹਿ ਸਕੇ। ਨੈਕਸਟ ਬੇਟਾ ਅੱਗੇ ਦੇਖਦੇ ਹਾਂ ਟਾਈਪਸ ਆਫ ਕੌਨਸਟੀਟਿਊਸ਼ਨ। ਯੈਸ, ਕੌਨਸਟੀਟਿਊਸ਼ਨ ਜਿਹੜੇ ਨੇ ਜੀ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ, ਇਹਨਾਂ ਦੇ ਬਾਰੇ ਡਿਸਕਸ ਕਰਦੇ ਹਾਂ ਜੀ ਆਪਾਂ। ਫਸਟ ਆਫ ਆਲ ਬੇਟੇ ਜਿਹੜਾ ਸਾਡੇ ਕੋਲ ਆਉਂਦੀ ਹੈ ਡਿਵੀਜ਼ਨ, ਉਹ ਆਉਂਦੀ ਹੈ ਰਿਟਨ ਐਂਡ ਅਨਰਿਟਨ। ਕੌਨਸਟੀਟਿਊਸ਼ਨ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਹੋ ਸਕਦੇ ਨੇ। ਦੇਖੋ, ਰਿਟਨ ਦੇ ਵਿੱਚ ਵੀ ਹੋ ਸਕਦਾ ਹੈ, ਅਨਰਿਟਨ ਦੇ ਵਿੱਚ ਵੀ। ਅਗਰ ਆਪਾਂ ਰਿਟਨ ਦੀ ਗੱਲ ਕਰਦੇ ਹਾਂ ਤਾਂ ਇੰਡੀਆ, USA ਦੀਆਂ ਐਗਜ਼ਾਮਪਲ ਨੇ, ਹੋਰ ਵੀ ਕੰਟਰੀਜ਼ ਕੋਲ ਰਿਟਨ ਹੈ। ਅਨਰਿਟਨ ਕੌਨਸਟੀਟਿਊਸ਼ਨ ਜਿਹੜਾ ਹੈ ਨਾ ਉਹ ਹੈ ਬੇਟਾ UK ਦਾ, ਯੂਨਾਈਟਿਡ ਕਿੰਗਡਮ ਦਾ ਕੌਨਸਟੀਟਿਊਸ਼ਨ ਜਿਹੜਾ ਹੈ ਉਹ ਰਿਟਨ ਨਹੀਂ ਹੈ, ਅਨਰਿਟਨ ਹੈ। ਔਰ ਉਹ ਕੰਟੀਨਿਊਲੀ ਡਿਵੈਲਪਮੈਂਟ ਫੇਜ਼ ਦੇ ਵਿੱਚ ਰਹਿੰਦਾ ਹੈ। ਜਿਹੜਾ ਵੀ ਅਨਰਿਟਨ ਕੌਨਸਟੀਟਿਊਸ਼ਨ ਹੁੰਦਾ ਹੈ ਨਾ ਬੱਚੇ, ਉਹ ਹਮੇਸ਼ਾ ਡਿਵੈਲਪਿੰਗ ਫੇਜ਼ ਦੇ ਵਿੱਚ ਹੀ ਰਹਿੰਦਾ ਹੈ। ਦੈਨ ਦ ਸੈਕਿੰਡ ਡਿਵੀਜ਼ਨ ਆਉਂਦੀ ਹੈ ਪੁੱਤਰ ਤੁਹਾਡੀ ਫਲੈਕਸੀਬਲ ਐਂਡ ਰਿਜਿਡ। ਨਾਓ ਵਾਟ ਇਜ਼ ਫਲੈਕਸੀਬਲ ਐਂਡ ਰਿਜਿਡ? ਫਲੈਕਸੀਬਲ ਮੀਨਸ ਦੈਟ ਕੈਨ ਅਮੈਂਡ ਐਜ਼ ਈਜ਼ੀਲੀ। ਜਿਸ ਚੀਜ਼ ਨੂੰ ਤੁਸੀਂ ਈਜ਼ੀਲੀ ਅਮੈਂਡ ਕਰ ਸਕਦੇ ਹੋ, ਫੋਲਡ ਕਰ ਸਕਦੇ ਹੋ, ਮੋਲਡ ਕਰ ਸਕਦੇ ਹੋ, ਚੇਂਜ ਲੈ ਕੇ ਆ ਸਕਦੇ ਹੋ, that is known as flexible. And that cannot be amended easily is known as rigid. ਤਾਂ ਕੌਨਸਟੀਟਿਊਸ਼ਨ ਜਿਹੜਾ ਹੁੰਦਾ ਹੈ ਨਾ, ਅਗਰ ਤਾਂ ਉਸਨੂੰ ਆਸਾਨੀ ਨਾਲ ਜਿਹੜਾ ਚੇਂਜ ਕਰ ਸਕੀਏ, ਅਮੈਂਡ ਕਰ ਸਕੀਏ, ਤਾਂ ਉਹਨੂੰ ਆਪਾਂ ਬੋਲਦੇ ਹਾਂ ਫਲੈਕਸੀਬਲ।
ਔਰ ਜਿਸ ਕੌਨਸਟੀਟਿਊਸ਼ਨ ਨੂੰ ਬੇਟਾ ਤੁਸੀਂ ਆਸਾਨੀ ਨਾਲ ਅਮੈਂਡ ਨਹੀਂ ਕਰ ਸਕਦੇ ਉਸ ਨੂੰ ਬੋਲਦੇ ਆ ਰਿਜਡ। ਨਾਓ ਹੁਣ ਇੰਡੀਆ ਦੇ ਕੇਸ ਦੇ ਵਿੱਚ ਕੀ ਹੈ, ਇੰਡੀਆ ਦਾ ਕੌਨਸਟੀਟਿਊਸ਼ਨ ਪਾਰਟਲੀ ਤਾਂ ਹੈ ਫਲੈਕਸੀਬਲ ਬੇਟੇ, ਪਾਰਟਲੀ ਹੈ ਰਿਜਡ। ਕੁਝ ਪ੍ਰੋਵੀਜ਼ਨ ਜਿਹੜੇ ਨੇ ਆਸਾਨੀ ਨਾਲ ਤੁਸੀਂ ਉਸਦੇ ਅਮੈਂਡ ਕਰ ਸਕਦੇ ਹੋ, ਕੁਝ ਪ੍ਰੋਵੀਜ਼ਨ ਦੇ ਵਿੱਚ ਜਿਹੜਾ ਹੈ ਕਾਫੀ ਜ਼ਿਆਦਾ ਡਿਫਿਕਲਟ ਪ੍ਰੋਸੀਜਰ ਨੂੰ ਫੋਲੋ ਕਰਕੇ ਅਮੈਂਡਮੈਂਟ ਲੈ ਕੇ ਆਉਣੀ ਪੈਂਦੀ ਹੈ। ਦੈਨ ਦਾ ਨੈਕਸਟ ਵਨ ਇਜ਼ ਯੂਨਿਟਰੀ ਐਂਡ ਫੈਡਰਲ। ਫੈਡਰਲ ਵਰਡ ਨਾਲ ਤੁਸੀਂ ਥੋੜ੍ਹੇ ਜਿਹੇ ਜਾਣ ਪਛਾਣ ਹੈ ਤੁਹਾਡੀ 9th ਔਰ 10th ਕਲਾਸ ਦੇ ਵਿੱਚ ਤੁਸੀਂ ਪੜ੍ਹ ਕੇ ਆਏ ਹੋ ਇਹਦੇ ਬਾਰੇ। ਇਨਫੈਕਟ 10th ਕਲਾਸ ਦੇ ਵਿੱਚ ਇੱਕ ਆਪਾਂ ਚੈਪਟਰ ਪੜ੍ਹ ਕੇ ਆਏ ਹਾਂ ਪਾਵਰ ਸ਼ੇਅਰਿੰਗ ਔਰ ਉਹਦੇ ਵਿੱਚ ਤੁਸੀਂ ਕਾਫੀ ਜ਼ਿਆਦਾ ਇਹਦੇ ਬਾਰੇ ਜਾਣਦੇ ਹੋ ਫੈਡਰਲ ਸਟਰਕਚਰ ਦੇ। ਤਾਂ ਕੌਨਸਟੀਟਿਊਸ਼ਨ ਦੋ ਤਰ੍ਹਾਂ ਦੇ ਹੁੰਦੇ ਨੇ ਬੇਟੇ, ਯੂਨਿਟਰੀ ਵੀ ਔਰ ਫੈਡਰਲ ਵੀ, ਠੀਕ ਹੈ। ਔਰ ਇੰਡੀਆ ਦੇ ਕੇਸ ਦੀ ਅਗਰ ਆਪਾਂ ਗੱਲ ਕਰਦੇ ਹਾਂ ਕਿ ਇੰਡੀਆ ਕਿਹੜੀ ਕੰਟਰੀ ਹੈ ਜਾਂ ਉਹਦਾ ਕੌਨਸਟੀਟਿਊਸ਼ਨ ਕਿਵੇਂ ਦਾ ਹੈ, ਦੇਖੋ ਇੰਡੀਆ ਦਾ ਕੌਨਸਟੀਟਿਊਸ਼ਨ ਬੇਟੇ ਹੈ ਤਾਂ ਫੈਡਰਲ ਸਟਰਕਚਰ ਵਾਲਾ, ਲੇਕਿਨ ਸਮ ਟਾਈਮ ਉਹ ਆਪਣੇ ਆਪ ਨੂੰ ਯੂਨਿਟਰੀ ਸਟਰਕਚਰ ਵਿੱਚ ਵੀ ਚੇਂਜ ਕਰ ਲੈਂਦਾ ਹੈ। ਸੋ ਇਹਨੂੰ ਆਪਾਂ ਬੋਲਦੇ ਹਾਂ ਕੁਆਸੀ ਫੈਡਰਲ, ਅਰਧ ਸੰਘਾਤਮਕ। ਮਤਲਬ ਇਹ ਯੂਨਿਟਰੀ ਵੀ ਹੈ ਔਰ ਫੈਡਰਲ ਵੀ ਹੈ। ਨਾਰਮਲ ਕੰਡੀਸ਼ਨ ਦੇ ਵਿੱਚ ਬੇਟੇ ਸਾਡਾ ਕੌਨਸਟੀਟਿਊਸ਼ਨ ਵਰਕ ਕਰਦਾ ਹੈ ਬੱਚੇ ਫੈਡਰਲ ਕੰਪੋਨੈਂਟਸ ਦੇ ਨਾਲ, ਰਾਈਟ। ਔਰ ਜਦੋਂ ਐਮਰਜੈਂਸੀ ਪ੍ਰਵੇਲ ਕਰ ਜਾਂਦੀ ਹੈ ਤਾਂ ਸਾਡਾ ਕੌਨਸਟੀਟਿਊਸ਼ਨ ਟਰਨ ਕਰ ਜਾਂਦਾ ਹੈ ਯੂਨਿਟਰੀ ਕੌਨਸਟੀਟਿਊਸ਼ਨ ਦੇ ਵਿੱਚ। ਅੰਡਰਸਟੈਂਡ। ਸੋ ਇਹ ਨੇ ਬੇਸਿਕ ਟਾਈਪਸ ਆਫ ਕੌਨਸਟੀਟਿਊਸ਼ਨ। ਇੰਪੋਰਟੈਂਟ ਇਸ ਲਈ ਹੈ ਤੁਹਾਡੇ ਲਈ ਕਿਉਂਕਿ ਤੁਸੀਂ ਪੋਲੀਟੀਕਲ ਸਾਇੰਸ ਦੇ ਸਟੂਡੈਂਟ ਬਣ ਰਹੇ ਹੋ, ਇਸ ਲਈ ਤੁਹਾਨੂੰ ਇਹ ਚੀਜ਼ਾਂ ਦੀ ਜਿਹੜੀ ਉਹ ਬੇਸਿਕ ਨੌਲੇਜ ਹੋਣੀ ਜ਼ਰੂਰੀ ਹੈ। ਨੈਕਸਟ ਬੇਟੇ ਆਪਾਂ ਆਉਂਦੇ ਆਪਣੇ ਆਪਣੇ ਮੇਨ ਪੁਆਇੰਟ ਦੇ ਵੱਲ ਕਿ ਸਾਡਾ ਜਿਹੜਾ ਕੌਨਸਟੀਟਿਊਸ਼ਨ ਹੈ ਉਹ ਕਿਸ ਤਰੀਕੇ ਨਾਲ ਬਣਿਆ। ਦੇਖੋ ਕੌਨਸਟੀਟਿਊਸ਼ਨ ਜਿਹੜਾ ਬਣਾਇਆ ਗਿਆ ਹੈ ਉਹ ਇੱਕ ਸੰਸਥਾ ਸੀ, ਚੁਣੀ ਗਈ ਸੀ ਇੰਡੀਆ ਦੀ ਕੌਨਸਟੀਟਿਊਸ਼ਨ ਬਣਾਉਣ ਦੇ ਲਈ, ਜਿਸ ਨੂੰ ਬੋਲਿਆ ਜਾਂਦਾ ਹੈ ਕੌਨਸਟੀਟਿਊਟ ਅਸੈਂਬਲੀ। ਇਹਦੇ ਤੋਂ ਕਾਫੀ ਸਾਰੇ ਕੁਐਸਚਨਸ ਤੁਹਾਨੂੰ ਆਉਂਦੇ ਨੇ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜੀ ਕੌਨਸਟੀਟਿਊਟ ਅਸੈਂਬਲੀ ਹੈ ਉਹ ਕਦੋਂ ਬਣੀ ਔਰ ਕਿਸ ਮਿਸ਼ਨ ਦੇ ਤਹਿਤ ਜਿਹੜੀ ਉਹ ਬਣਾਈ ਗਈ। ਸੋ ਕੌਨਸਟੀਟਿਊਟ ਅਸੈਂਬਲੀ ਵਾਸ ਫਾਰਮ ਇਨ ਨਵੰਬਰ 1946 ਅੰਡਰ ਦਾ ਕੈਬਨਿਟ ਮਿਸ਼ਨ ਪਲਾਨ, ਰਾਈਟ। ਔਰ ਇਸ ਦੀ ਜਿਹੜੀ ਟੋਟਲ ਸਟਰੈਂਥ ਸੀ ਬੇਟੇ ਕੌਨਸਟੀਟਿਊਟ ਅਸੈਂਬਲੀ ਦੀ ਉਹ ਕਿੰਨੀ ਸੀਗੀ 389। out of these 296 were elected to represent the British India and 93 seats were allotted to the princely state। ਪ੍ਰਿੰਸਲੀ ਸਟੇਟ ਉਹ ਵਾਲੀਆਂ ਸਟੇਟ ਸੀਗੀਆਂ ਬੱਚੇ ਜਿਹੜੀਆਂ ਬ੍ਰਿਟੇਨ ਕਰਾਊਨ ਦੇ ਅੰਡਰ ਨਹੀਂ ਸੀ ਆਉਂਦੀਆਂ, ਰਾਈਟ। ਤਾਂ ਇੱਥੋਂ ਸਾਡੇ ਕਾਫੀ ਸਾਰੇ MCQ ਬਣਦੇ ਨੇ ਤੁਹਾਡੇ। ਇੱਕ ਤਾਂ ਬੇਟੇ ਇਹ ਬਣੇਗਾ ਕੈਬਨਿਟ ਮਿਸ਼ਨ ਪਲਾਨ ਵਾਲਾ, ਡੇਟ ਕਦੋਂ ਫਾਰਮ ਹੋਈ, ਟੋਟਲ ਸਟਰੈਂਥ ਕਿੰਨੀ ਸੀ ਇਸ ਦੀ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਕੁਐਸਚਨਸ ਪੇਪਰ ਦੇ ਵਿੱਚ ਆਉਂਦੀਆਂ ਨੇ, ਐਗਜ਼ਾਮੀਨਰ ਕੁਐਸਚਨ ਜਨਰੇਟ ਕਰਦਾ ਇਹਨਾਂ ਤੋਂ, ਰਾਈਟ। ਨੈਕਸਟ ਆ ਜਾਂਦਾ ਹੈ ਬੇਟੇ ਸਭ ਤੋਂ ਪਹਿਲਾਂ ਜਿਹੜੀ ਕੌਨਸਟੀਟਿਊਟ ਅਸੈਂਬਲੀ ਹੈ ਉਸਦੀ ਫਸਟ ਮੀਟਿੰਗ ਹੁੰਦੀ ਹੈ ਜੀ 9 ਦਸੰਬਰ 1946 ਨੂੰ। ਔਰ ਇਸ ਦਿਨ ਤੋਂ ਲੈ ਕੇ ਠੀਕ 2 ਸਾਲ 11 ਮਹੀਨੇ ਔਰ 18 ਦਿਨ ਲੱਗੇ ਨੇ ਕੌਨਸਟੀਟਿਊਸ਼ਨ ਨੂੰ ਬਣਨ ਦੇ ਵਿੱਚ। ਔਰ ਜਦੋਂ ਸਾਡੀ ਕੌਨਸਟੀਟਿਊਸ਼ਨ ਦੀ ਫਸਟ ਮੀਟਿੰਗ ਹੋਈ ਤਾਂ ਡਾਕਟਰ ਸਚਿਦਾਨੰਦ ਸਿਨਹਾ ਜੀ ਇਹ ਵਾਲੇ ਜਿਹੜੇ ਨੇ ਇਹ ਸਾਡੇ ਪਹਿਲੇ ਟੈਂਪਰੇਰੀ ਹੈੱਡ ਬਣਦੇ ਨੇ ਕੌਨਸਟੀਟਿਊਟ ਅਸੈਂਬਲੀ ਦੇ। ਕੁਐਸਚਨ ਆਉਂਦਾ ਹੈ ਬਹੁਤ ਵਾਰ ਤੁਹਾਨੂੰ ਪੁੱਛਿਆ ਜਾਏਗਾ who was the first temporary head of the Constituent Assembly? Dr. Sachidanand Sinha। The next question ਬੇਟੇ ਆਏਗਾ who was the first president of Constituent Assembly? Dr. Rajinder Prasad। ਇਹ ਵਾਲੇ ਡਾਕਟਰ ਰਜਿੰਦਰ ਪ੍ਰਸਾਦ ਜਿਹੜੇ ਨੇ ਫਸਟ ਪਰਮਾਨੈਂਟ ਹੈਡ ਸੀਗੇ ਕੌਨਸਟੀਟਿਊਟ ਅਸੈਂਬਲੀ ਦੇ ਔਰ ਟੈਂਪਰੇਰੀ ਹੈਡ ਸੀਗੇ ਡਾਕਟਰ ਸਚਿਦਾਨੰਦ ਸਿਨਹਾ। ਐਕਚੁਅਲ ਦੇ ਵਿੱਚ ਸਚਿਦਾਨੰਦ ਸਿਨਹਾ ਜੀ ਦਾ ਰੋਲ ਸਿਰਫ ਇੰਨਾ ਸੀ ਕਿਉਂਕਿ ਹਾਊਸ ਦੇ ਸੀਨੀਅਰ ਮੋਸਟ ਮੈਂਬਰ ਸੀਗੇ। ਸੀਨੀਅਰ ਮੋਸਟ ਮੈਂਬਰ ਦਾ ਮੀਨ ਏਜ ਵਾਈਜ਼ ਇਹ ਸਭ ਤੋਂ ਜ਼ਿਆਦਾ ਬਜ਼ੁਰਗ ਸੀਗੇ, ਤਾਂ ਇਹਨਾਂ ਨੂੰ ਉਹ ਚੀਜ਼ ਜਿਹੜੀ ਦਿੱਤੀ ਗਈ ਕਿ ਤੁਸੀਂ ਹਾਊਸ ਦੀ ਇੱਕ ਮੀਟਿੰਗ ਉਹ ਜਿਹੜੀ ਹੈ ਵੋਟਿੰਗ ਕਰਵਾ ਦਿਓ ਔਰ ਇਲੈਕਸ਼ਨ ਦੇ ਨਾਲ ਜਿਹੜਾ ਹੈ ਹਾਊਸ ਦਾ ਜਿਹੜਾ ਹੈਡ ਹੈ ਉਸ ਦਾ ਚੁਣਾਵ ਕਰ ਦਿਓ। ਸੋ ਉਹਨਾਂ ਦਾ ਕੰਮ ਸਿਰਫ ਇੰਨਾ ਹੀ ਸੀ। ਇਹਨਾਂ ਨੇ ਜਦੋਂ ਫਸਟ ਮੀਟਿੰਗ ਹੋਈ ਕਿਉਂਕਿ ਹੁਣ ਮੀਟਿੰਗ ਦੀ ਪ੍ਰਜ਼ਾਈਡ ਕਰਨ ਦੇ ਲਈ ਕੋਈ ਆਫੀਸਰ ਵੀ ਚਾਹੀਦਾ ਸੀ ਨਾ, ਹੈੱਡ ਚਾਹੀਦਾ ਸੀ ਪਹਿਲੀ ਮੀਟਿੰਗ ਨੂੰ ਪ੍ਰਜ਼ਾਈਡ ਕਰਨ ਦੇ ਲਈ। ਤਾਂ ਬ੍ਰਿਟੇਨ ਪਾਰਲੀਮੈਂਟ ਦੀ ਇਹ ਪ੍ਰਥਾ ਹੈ ਕਿ ਜਿਹੜਾ ਵੀ ਸਭ ਤੋਂ ਜ਼ਿਆਦਾ ਸੀਨੀਅਰ ਮੋਸਟ ਹੁੰਦਾ ਹੈ ਏਜ ਵਾਈਜ਼ ਉਹਨੂੰ ਟੈਂਪਰੇਰੀ ਹੈੱਡ ਬਣਾ ਦਿੱਤਾ ਜਾਂਦਾ ਹੈ। ਦੈਨ ਇੱਕ ਇਲੈਕਸ਼ਨ ਕੰਡਕਟ ਕੀਤੇ ਜਾਂਦੇ ਨੇ ਔਰ ਉਹਨਾਂ ਇਲੈਕਸ਼ਨਸ ਦੇ ਵਿੱਚ ਜਿਹੜਾ ਹੈ ਹਾਊਸ ਦਾ ਹੈੱਡ ਜਿਹੜਾ ਉਹ ਚੁਣ ਲਿਆ ਜਾਂਦਾ ਹੈ। ਸੋ ਇਸੇ ਤਰੀਕੇ ਨਾਲ ਇੱਥੇ ਕੀਤਾ ਗਿਆ ਸੀ। ਰਜਿੰਦਰ ਪ੍ਰਸਾਦ ਜੀ ਜਿਹੜੇ ਸੀਗੇ ਉਹ ਸਾਡੇ ਸੀਗੇ ਪਰਮਾਨੈਂਟ ਹੈੱਡ, ਰਾਈਟ। ਸਰ BN ਰਾਓ ਇਹਨਾਂ ਤੋਂ ਬੇਟੇ ਕੁਐਸਚਨ ਤੁਹਾਨੂੰ ਕਾਫੀ ਵਾਰ ਆਉਂਦਾ ਹੈ, ਕਈ ਵਾਰ ਪੁੱਛ ਲਿਆ ਜਾਂਦਾ ਹੈ ਹੂ ਵਾਜ਼ ਦਾ ਲੀਗਲ ਐਡਵਾਈਜ਼ਰ ਟੂ ਦਾ ਕੌਨਸਟੀਟਿਊਟ ਅਸੈਂਬਲੀ ਔਰ ਸਮ ਟਾਈਮ ਕੁਐਸਚਨ ਆ ਜਾਂਦਾ ਹੂ ਵਾਜ਼ ਦਾ constitutional advisor of the assembly? Dr. BN Rao।
Next ਆਉਂਦਾ ਹੈ seats were allotted to each province and each princely state proportionally to their respective population roughly in the ratio of 1 to a million। ਮਤਲਬ 10 ਲੱਖ ਦੇ ਪਿੱਛੇ ਜਿਹੜੀ ਹੈ ਉਹ ਇੱਕ ਸੀਟ ਜਿਹੜੀ ਹੈ ਕੌਂਸਟੀਟਿਊਟ ਅਸੈਂਬਲੀ ਦੇ ਵਿੱਚ ਜਿਹੜੀ ਉਹ ਦਿੱਤੀ ਗਈ ਸੀ ਜਨਤਾ ਨੂੰ। ਠੀਕ ਹੈ, ਸਪੋਜ਼ ਕਰੋ ਕਿਸੇ ਸਟੇਟ ਦੀ ਪਾਪੂਲੇਸ਼ਨ ਹੈ ਜੀ 20 ਲੱਖ, ਠੀਕ ਹੈ, ਤਾਂ ਉਹਨਾਂ ਦੀਆਂ ਕਿੰਨੀਆਂ ਸੀਟਾਂ ਨੇ? ਉਹਨਾਂ ਦੀਆਂ ਨੇ 2 ਸੀਟਾਂ। ਔਰ ਅਗਰ ਕਿਸੇ ਦੀ 40 ਲੱਖ ਜਿਹੜੀ ਹੈ ਉਹ ਪਾਪੂਲੇਸ਼ਨ ਹੈ ਤਾਂ ਉਹਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਹਾਊਸ ਵਿੱਚ? 4 ਸੀਟਸ। ਮਤਲਬ 10 ਲੱਖ ਜਨਤਾ ਦੇ ਪਿੱਛੇ ਇੱਕ ਸੀਟ ਮਿਲੀ ਸੀਗੀ ਕੌਂਸਟੀਟਿਊਟ ਅਸੈਂਬਲੀ ਦੇ ਵਿੱਚ। ਚੁਣਾਵ ਕਿੱਦਾਂ ਹੋਇਆ ਇਹਨਾਂ ਦਾ? ਦੇਖੋ, ਐਜ਼ ਉਸ ਸਟੇਟ ਦੀ ਪਾਪੂਲੇਸ਼ਨ, ਇਸ ਪਾਪੂਲੇਸ਼ਨ ਨੇ ਇਲੈਕਟ ਕੀਤੇ ਆਪਣੇ ਸਟੇਟ ਦੇ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਮੈਂਬਰਸ, ਔਰ ਇਹਨਾਂ ਮੈਂਬਰਸ ਨੇ ਅੱਗੇ ਫਰਦਰ ਫਿਰ ਜਿਹੜਾ ਹੈ ਉਹ ਇਲੈਕਟ ਕੀਤਾ ਕੌਂਸਟੀਟਿਊਟ ਅਸੈਂਬਲੀ ਦੇ ਮੈਂਬਰਾਂ ਨੂੰ। ਸੋ ਦਿਸ ਇਜ਼ ਇਨਡਾਇਰੈਕਟ ਇਲੈਕਸ਼ਨ। ਇਹਨਾਂ ਨੂੰ ਅਸੀਂ ਬੋਲਦੇ ਹਾਂ ਇਨਡਾਇਰੈਕਟ ਇਲੈਕਸ਼ਨ ਬੋਲਦੇ ਹਾਂ। ਇਹ ਡਾਇਰੈਕਟ ਇਲੈਕਸ਼ਨ ਨਹੀਂ ਹੈ। ਦੇਖੋ, ਇਹ ਚੁਣੇ ਤਾਂ ਗਏ ਨੇ ਇਹਨਾਂ ਲੋਕਾਂ ਦੇ ਦੁਆਰਾ, ਲੇਕਿਨ ਇਹਨਾਂ ਲੋਕਾਂ ਨੇ ਸਿੱਧਾ ਇਹਨਾਂ ਨੂੰ ਨਹੀਂ ਚੁਣਿਆ। ਇਹਨਾਂ ਲੋਕਾਂ ਨੇ ਪਹਿਲਾਂ ਇਹਨਾਂ ਨੂੰ ਚੁਣਿਆ ਹੈ, ਫਿਰ ਇਹਨਾਂ ਨੇ ਅੱਗੇ ਇਹਨਾਂ ਲੋਕਾਂ ਨੂੰ ਚੁਣਿਆ ਹੈ। ਜਿਵੇਂ ਬਿਲਕੁਲ ਸਾਡੇ ਰਾਜ ਸਭਾ ਦਾ ਇਲੈਕਸ਼ਨ ਬੇਟਾ ਹੁੰਦੇ ਨੇ ਅੱਜ ਦੀ ਡੇਟ ਦੇ ਵਿੱਚ। ਨੈਕਸਟ ਇੱਕ ਹੋਰ ਇੰਪੋਰਟੈਂਟ ਚੀਜ਼ ਆਉਂਦੀ ਹੈ ਓਬਜੈਕਟਿਵ ਰੈਜ਼ੋਲਿਊਸ਼ਨ। ਓਬਜੈਕਟਿਵ ਰੈਜ਼ੋਲਿਊਸ਼ਨ ਕੀ ਸੀਗਾ? ਜਿਸ ਟਾਈਮ ਸਾਡੀ ਕੌਂਸਟੀਟਿਊਟ ਅਸੈਂਬਲੀ ਦੀ ਫਸਟ ਸਿਟਿੰਗ ਹੁੰਦੀ ਹੈ ਨਾ, ਉਸ ਟਾਈਮ 'ਤੇ ਜਵਾਹਰ ਲਾਲ ਨਹਿਰੂ ਜੀ ਦੇ ਵੱਲੋਂ ਇੱਕ ਰੈਜ਼ੋਲਿਊਸ਼ਨ ਪੇਸ਼ ਕੀਤਾ ਗਿਆ ਹਾਊਸ ਦੇ ਵਿੱਚ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਸਾਡਾ ਜੋ ਅਸੀਂ ਕੌਂਸਟੀਟਿਊਸ਼ਨ ਬਣਾ ਰਹੇ ਹਾਂ ਉਸ ਦੇ ਆਬਜੈਕਟਸ ਕੀ ਨੇ, ਜਾਂ ਸਾਡਾ ਮੇਨ ਏਮਸ ਕੀ ਨੇ। ਸੋ ਦੈਟ ਹਿਸਟੋਰੀਕਲ ਓਬਜੈਕਟਿਵ ਰੈਜ਼ੋਲਿਊਸ਼ਨ ਵਾਜ਼ ਮੂਵ in the first session of Constituent Assembly on 13 December 1946 by Jawaharlal Nehru। Objective resolution provided base to the preamble of Constitution। ਜੋ ਬੇਟੇ ਇਹਨਾਂ ਨੇ objective resolution ਪੇਸ਼ ਕੀਤਾ ਉਹੀ ਅੱਗੇ ਚੱਲ ਕੇ ਸਾਡੇ ਸੰਵਿਧਾਨ ਦੀ preamble ਦਾ ਬੇਸ ਬਣਿਆ। ਮਤਲਬ ਉਸ objective resolution ਨੂੰ ਆਧਾਰ ਬਣ ਕੇ ਜਿਹੜੀ ਅਸੀਂ ਆਪਣੇ ਕੌਂਸਟੀਟਿਊਸ਼ਨ ਦੀ ਪ੍ਰੈਂਬਲ ਬਣਾਈ। ਇਹਦੇ ਤੋਂ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਨੇ। ਆਬਜੈਕਟਿਵ ਰੈਜ਼ੋਲਿਊਸ਼ਨ ਕਿਹਦੇ ਦੁਆਰਾ ਪੇਸ਼ ਕੀਤਾ ਗਿਆ? ਜਵਾਹਰ ਲਾਲ ਨਹਿਰੂ। ਕਦੋਂ ਪੇਸ਼ ਕੀਤਾ ਗਿਆ? 13 ਦਸੰਬਰ 1946। ਕੌਂਸਟੀਟਿਊਸ਼ਨ ਦੀ ਜਿਹੜੀ ਪ੍ਰੈਂਬਲ ਹੈ ਉਹਦਾ ਬੇਸ ਕੀ ਹੈ? ਆਬਜੈਕਟਿਵ ਰੈਜ਼ੋਲਿਊਸ਼ਨ। ਆਈ ਹੋਪ ਕਿ ਤੁਹਾਨੂੰ ਇਹ ਚੀਜ਼ਾਂ ਸਮਝ ਆ ਰਹੀਆਂ ਨੇ ਸਾਰੀਆਂ ਵਧੀਆ ਤਰੀਕੇ ਦੇ ਨਾਲ। ਨੈਕਸਟ ਜਿੱਥੋਂ ਕਾਫੀ ਜ਼ਿਆਦਾ ਕੁਐਸਚਨ ਆਉਂਦੇ ਨੇ, ਸ਼ਾਰਟ ਕੁਐਸਚਨ ਪੱਕਾ ਬਣਦਾ ਹੈ, ਔਰ ਬਹੁਤ ਸਾਰੇ ਐਗਜ਼ਾਮ ਜਿਹੜੇ ਹੁੰਦੇ ਨੇ ਆਮ ਜਨਰਲ, ਜਦੋਂ ਤੁਸੀਂ ਨੈਕਸਟ ਅੱਗੇ ਜਾ ਕੇ ਜੌਬ ਵਗੈਰਾ ਦੇ ਲਈ ਐਗਜ਼ਾਮ ਦੇਣੇ ਨੇ, ਉਹਨਾਂ ਵਿੱਚ ਵੀ ਇਹ ਸਵਾਲ ਕਾਫੀ ਵਾਰ ਪੁੱਛਿਆ ਜਾਂਦਾ ਹੈ ਬੇਟਾ ਡਰਾਫਟਿੰਗ ਕਮੇਟੀ ਦੇ ਬਾਰੇ। ਡਰਾਫਟਿੰਗ ਕਮੇਟੀ ਕੀ ਸੀ? ਡਰਾਫਟਿੰਗ ਕਮੇਟੀ ਐਕਚੁਅਲ ਦੇ ਵਿੱਚ ਉਹ ਵਾਲੀ ਕਮੇਟੀ ਹੈ ਜਿਸ ਨੇ ਪੂਰੇ ਕੌਂਸਟੀਟਿਊਸ਼ਨ ਨੂੰ ਡਰਾਫਟ ਕੀਤਾ ਹੈ, ਰਾਈਟ। ਇਸ ਕਮੇਟੀ ਦੇ ਜਿਹੜੇ ਹੈੱਡ ਸੀਗੇ ਉਹ ਸਨ ਡਾਕਟਰ BR ਅੰਬੇਦਕਰ ਜੀ, ਜਿਨ੍ਹਾਂ ਨੂੰ ਬੋਲਿਆ ਜਾਂਦਾ ਹੈ ਫਾਦਰ ਆਫ ਇੰਡੀਅਨ ਕੌਂਸਟੀਟਿਊਸ਼ਨ। ਇਸ ਕਮੇਟੀ ਨੇ ਕੀ ਕੀਤਾ ਹੈ ਬੇਟੇ? ਐਕਚੁਅਲ ਵਿੱਚ ਹਾਊਸ ਦਾ ਕੰਮ ਜਿਹੜਾ ਸੀ ਨਾ ਅਸੈਂਬਲੀ ਦਾ, ਉਹ ਬਹੁਤ ਸਾਰੀਆਂ ਕਮੇਟੀਆਂ ਦੇ ਵਿੱਚ ਵੰਡ ਕੇ ਕੀਤਾ ਗਿਆ ਸੀਗਾ। ਡਿਫਰੈਂਟ ਕਮੇਟੀਆਂ ਸੀਗੀਆਂ ਜਿਨ੍ਹਾਂ ਨੇ ਇਹ ਵਰਕ ਕੀਤਾ, ਰਾਈਟ। ਔਰ ਉਹਨਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਆਪਣੀ ਜਿਹੜੀ ਕਮੇਟੀ ਆਉਂਦੀ ਹੈ ਬੇਟੇ, ਉਹ ਆਉਂਦੀ ਹੈ ਡਰਾਫਟਿੰਗ ਕਮੇਟੀ। ਡਰਾਫਟਿੰਗ ਕਮੇਟੀ ਨੇ ਹੀ ਜਿਹੜਾ ਹੈ ਇੰਡੀਅਨ ਕੌਂਸਟੀਟਿਊਸ਼ਨ ਨੂੰ ਪੂਰਾ ਡਰਾਫਟ ਕੀਤਾ ਸੀ। ਇਹਨਾਂ ਨੇ ਡਿਫਰੈਂਟ ਕੌਂਸਟੀਟਿਊਸ਼ਨ ਜਿਹੜੇ ਸੀ ਉਹਨਾਂ ਨੂੰ ਸਟੱਡੀ ਕੀਤਾ, ਐਂਡ ਆਫਟਰ ਦੈਟ ਉਹਨਾਂ ਦੇ ਪ੍ਰੋਵੀਜ਼ਨ ਜਿਹੜੇ ਇੰਡੀਅਨ ਕੰਡੀਸ਼ਨਸ ਦੇ ਅਕੋਰਡਿੰਗ ਬੈਟਰ ਸੀਗੇ ਉਹਨਾਂ ਨੂੰ ਅਪਣਾ ਲਿਆ। ਨੈਕਸਟ ਆ ਜਾਂਦਾ ਹੈ ਜੀ ਬੇਟੇ ਐਨੈਕਟਮੈਂਟ ਐਂਡ ਇਨਫੋਰਸਮੈਂਟ। ਕੌਂਸਟੀਟਿਊਟ ਜਿਹੜਾ ਹੈ ਉਹ ਅਨੈਕਟਮੈਂਟ ਉਹਦੀ ਕਦੋਂ ਹੋਈ, ਔਰ ਕੌਂਸਟੀਟਿਊਸ਼ਨ ਜਿਹੜਾ ਹੈ ਇਨਫੋਰਸਮੈਂਟ ਉਸ ਨੂੰ ਕਦੋਂ ਕੀਤਾ ਗਿਆ। ਦੋਨੋਂ ਹੀ ਡੇਟ ਇੰਪੋਰਟੈਂਟਸ ਨੇ, ਦੋਨਾਂ ਤੋਂ ਤੁਹਾਨੂੰ ਕੁਐਸਚਨਸ ਆਉਂਦੇ ਨੇ। ਸਭ ਤੋਂ ਪਹਿਲਾਂ ਤਾਂ ਆਉਂਦੀ ਹੈ ਇਨੈਕਟਮੈਂਟ ਵਾਲੀ ਡੇਟ 26 ਨਵੰਬਰ 1949, ਔਰ ਇੱਥੋਂ ਹੀ ਬੇਟੇ ਬਣਦਾ ਹੈ ਕੁਐਸਚਨ। ਤੁਹਾਨੂੰ ਪੁੱਛਿਆ ਜਾਏਗਾ ਇੰਡੀਅਨ ਕੌਂਸਟੀਟਿਊਸ਼ਨ ਨੂੰ ਇਨੈਕਟਮੈਂਟ ਕਦੋਂ ਕੀਤਾ ਗਿਆ, ਔਰ ਪਹਿਲੀ ਆਪਸ਼ਨ ਦਿੱਤੀ ਹੁੰਦੀ ਹੈ 26 ਜਨਵਰੀ 1950, ਔਰ ਤੁਸੀਂ ਜਲਦੀ ਨਾਲ ਉੱਤੇ ਹੀ ਆਨਸਰ ਜਿਹੜਾ ਟਿਕ ਕਰ ਦਿੰਦੇ ਹੋ, ਬਿਕੋਜ਼ ਤੁਸੀਂ ਇਸ ਚੀਜ਼ ਨੂੰ ਨਹੀਂ ਸਮਝਦੇ ਕਿ ਇਨੈਕਟਮੈਂਟ ਔਰ ਇਨਫੋਰਸਮੈਂਟ ਦੇ ਵਿੱਚ ਡਿਫਰੈਂਸ ਕੀ ਹੈ। ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਡਿਫਰੈਂਸ ਹੈ ਬੇਟਾ। ਇਨਫੋਰਸਮੈਂਟ ਹੈ ਦਾ ਮਤਲਬ ਹੈ ਜਿਸ ਦਿਨ ਕੌਂਸਟੀਟਿਊਸ਼ਨ ਨੂੰ ਲਾਗੂ ਕੀਤਾ ਗਿਆ। ਇਨੈਕਟਮੈਂਟ ਦਾ ਮਤਲਬ ਹੈ ਜਿਸ ਦਿਨ ਅਸੀਂ ਕੌਂਸਟੀਟਿਊਸ਼ਨ ਨੂੰ ਜਿਹੜਾ ਅਡੋਪਟ ਕਰ ਲਿਆ, ਅਸੀਂ ਉਸ ਨੂੰ ਜਿਹੜਾ ਹੈ ਪਾਸ ਕਰ ਦਿੱਤਾ ਗਿਆ। ਪਾਸ ਹੋਣਾ ਔਰ ਲਾਗੂ ਹੋਣਾ ਦੋਨਾਂ ਦਾ ਫਰਕ ਆ ਜਾਂਦਾ ਹੈ। ਦੇਖੋ 26 ਨਵੰਬਰ 1949 ਨੂੰ ਕੌਂਸਟੀਟਿਊਸ਼ਨ ਬਣ ਕੇ ਤਿਆਰ ਹੋ ਗਿਆ, ਔਰ ਅਸੀਂ ਇਸ ਨੂੰ ਜਿਹੜਾ ਸੀਗਾ ਅਡੋਪਟ ਕਰ ਲਿਆ, ਲੇਕਿਨ ਇਸ ਨੂੰ ਅਸੀਂ ਡਿਲੇ ਕੀਤਾ 26 ਜਨਵਰੀ ਤੱਕ, ਜਿਸ ਦਿਨ ਅਸੀਂ ਰਿਪਬਲਿਕ ਡੇ ਸੈਲੀਬ੍ਰੇਟ ਕਰਦੇ ਹਾਂ। ਕਿਉਂ ਡਿਲੇ ਕੀਤਾ? ਬਿਕੋਜ਼ 1930 ਦੇ ਵਿੱਚ ਲਾਹੌਰ ਦੇ ਵਿੱਚ ਰਾਵੀ ਦਰਿਆ ਦੇ ਜਿਹੜੀ ਕਿਨਾਰੇ ਦੇ ਉੱਪਰ ਜਿਹੜਾ ਸੀਗਾ ਤਿਰੰਗਾ ਝੰਡਾ ਫੈਲਾ ਕੇ ਜਵਾਹਰ ਲਾਲ ਨਹਿਰੂ ਜੀ ਨੇ ਪੂਰਨ ਸਵਰਾਜ ਡੇ ਸੈਲੀਬ੍ਰੇਟ ਕੀਤਾ ਸੀ, ਔਰ
ਉਸ ਦਿਨ ਤੋਂ ਬਾਅਦ ਹਰ ਸਾਲ ਜਿਹੜਾ ਸੀ 26 ਜਨਵਰੀ ਨੂੰ ਸੰਵਿਧਾਨਤਾ ਦਿਵਸ ਮਨਾਇਆ ਜਾਂਦਾ ਸੀ। ਤਾਂ ਉਸ ਡੇ ਨੂੰ ਹਿਸਟੋਰੀਕਲ ਇੰਪੋਰਟੈਂਸ ਜਿਹੜੀ ਸੀ ਉਸ ਡੇ ਦੀ ਸਦਾ ਦੇ ਲਈ ਬਣਾਉਣ ਦੇ ਲਈ ਇਸ ਦਿਨ ਅਸੀਂ ਆਪਣੇ ਕੌਨਸਟੀਟਿਊਸ਼ਨ ਨੂੰ ਇੰਪਲੀਮੈਂਟ ਕੀਤਾ, ਔਰ ਉਹ ਡੇ ਹਮੇਸ਼ਾ ਦੇ ਲਈ ਸਾਡੀ ਹਿਸਟਰੀ ਦੇ ਵਿੱਚ ਇੱਕ ਰਿਮੈਂਬਰਸ ਡੇ ਬਣ ਕੇ ਰਹਿ ਗਿਆ। ਨੈਕਸਟ ਆ ਜਾਂਦੇ ਨੇ ਬੇਟੇ ਫੀਚਰਸ ਕੀ ਨੇ ਸਾਡੇ ਕੌਨਸਟੀਟਿਊਸ਼ਨ ਦੇ। ਵੈਸੇ ਤਾਂ ਇਹ ਸਿੰਪਲ ਚੀਜ਼ਾਂ ਨੇ, ਲੇਕਿਨ ਇਹ ਥੋੜ੍ਹਾ ਜਿਹਾ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਆ ਜਾਂਦਾ ਹੈ ਲੈਂਥੀਐਸਟ ਰਿਟਨ ਕੌਨਸਟੀਟਿਊਸ਼ਨ। ਜਿਹੜਾ ਸਾਡਾ ਇੰਡੀਅਨ ਕੌਨਸਟੀਟਿਊਸ਼ਨ ਹੈ ਨਾ ਬੇਟਾ, ਦੁਨੀਆ ਦਾ ਸਭ ਤੋਂ ਲੰਬੇ ਸੰਵਿਧਾਨਾਂ ਦੇ ਵਿੱਚੋਂ ਇੱਕ ਹੈ, ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਸੰਵਿਧਾਨ ਹੈ ਔਰ ਰਿਟਨ ਫਾਰਮ ਦੇ ਵਿੱਚ ਹੈ, ਰਾਈਟ। ਸੋ ਇਹ ਇਸ ਦਾ ਪਹਿਲਾ ਫੀਚਰ ਹੈ। ਦੂਸਰਾ ਆ ਜਾਂਦਾ ਹੈ ਬਲੈਂਡ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਆਪਾਂ ਪਹਿਲਾਂ ਵੀ ਇਹ ਚੀਜ਼ ਡਿਸਕਸ ਕਰ ਲਈ ਹੈ ਕਿ ਜਿਹੜੀ ਫਲੈਕਸੀਬਿਲਿਟੀ ਔਰ ਰਿਜਿਡਨੈਸ ਹੈ ਨਾ, ਇਹ ਦੋਨਾਂ ਚੀਜ਼ਾਂ ਦਾ ਬਲੈਂਡ ਹੈ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ। ਮਤਲਬ ਕੁਝ ਪਾਰਟ ਜਿਹੜੇ ਨੇ ਬਹੁਤ ਜ਼ਿਆਦਾ ਰਿਜਿਡ ਨੇ, ਕੁਝ ਪਾਰਟ ਜਿਹੜੇ ਨੇ ਕਾਫੀ ਜ਼ਿਆਦਾ ਫਲੈਕਸੀਬਲ ਨੇ। ਨਾ ਤਾਂ ਸਾਡਾ ਕੌਨਸਟੀਟਿਊਸ਼ਨ ਅਮਰੀਕਾ ਦੇ ਕੌਨਸਟੀਟਿਊਸ਼ਨ ਦੀ ਤਰ੍ਹਾਂ ਬਹੁਤ ਜ਼ਿਆਦਾ ਰਿਜਿਡ ਹੈ, ਔਰ ਨਾ ਹੀ ਬਹੁਤ ਜ਼ਿਆਦਾ ਫਲੈਕਸੀਬਲ ਹੈ ਕਿ ਜਿਹਨੂੰ ਆਸਾਨੀ ਨਾਲ ਮੋਲਡ ਕਰ ਲਿਆ ਜਾਵੇ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਸਾਡਾ ਇੰਡੀਅਨ ਕੌਨਸਟੀਟਿਊਸ਼ਨ ਬੇਟੇ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੀ ਸਟੈਬਲਿਸ਼ਮੈਂਟ ਕਰਦਾ ਹੈ। ਇੰਡੀਪੈਂਡੈਂਟ ਜੁਡੀਸ਼ਰੀ। ਇੰਡੀਪੈਂਡੈਂਟ ਜੁਡੀਸ਼ਰੀ ਦਾ ਮਤਲਬ ਹੈ ਕਿ ਜਿਹੜੀ ਸਾਡੀ ਜੁਡੀਸ਼ਰੀ ਹੈ ਉਹ ਪੂਰੀ ਤਰ੍ਹਾਂ ਨਾਲ ਇੱਕ ਸੁਤੰਤਰ ਬੋਡੀ ਹੈ, ਉਸ ਜਿਹੜੀ ਗਵਰਨਮੈਂਟ ਹੈ ਉਹਦੇ ਅੰਡਰ ਨਹੀਂ ਆਉਂਦੀ। ਇਨਫੈਕਟ ਜੁਡੀਸ਼ਰੀ, ਲੈਜਿਸਲੇਟਿਵ ਐਂਡ ਐਗਜ਼ੈਕਟਿਵ ਤਿੰਨੋਂ ਵੱਖਰੀਆਂ ਵੱਖਰੀਆਂ ਬੋਡੀਜ਼ ਨੇ, ਆਪਣੀਆਂ ਆਪਣੀਆਂ ਹੱਦਾਂ ਦੇ ਵਿੱਚ ਰਹਿ ਕੇ ਆਪੋ ਆਪਣੇ ਕੰਮ ਕਰਦੀਆਂ ਨੇ, ਔਰ ਇਹ ਚੈੱਕ ਐਂਡ ਬੈਲੈਂਸ ਦਾ ਵੀ ਇੱਕ ਦੂਜੇ ਦੇ ਉੱਪਰ ਜਿਹੜਾ ਉਹ ਕੰਮ ਰੱਖਦੀਆਂ ਨੇ। ਫੈਡਰਲ ਸਿਸਟਮ ਵਿਦ ਯੂਨਿਟਰੀ ਫੀਚਰ। ਸਾਡੀ ਕੰਟਰੀ ਦਾ ਜਿਹੜਾ ਹੈ ਸਟਰਕਚਰ ਹੈ ਉਹ ਹੈ ਤਾਂ ਫੈਡਰਲ ਬੇਟੇ, ਲੇਕਿਨ ਇਹਦੇ ਫੀਚਰਸ ਜਿਹੜੇ ਨੇ ਨਾ ਉਹ ਯੂਨਿਟਰੀ ਨੇ। ਮਤਲਬ ਸੈਂਟਰ ਗਵਰਨਮੈਂਟ ਕੋਲ ਜ਼ਿਆਦੀਆਂ ਪਾਵਰ ਨੇ ਐਜ਼ ਕੰਪੇਅਰ ਟੂ ਸਟੇਟ ਗਵਰਨਮੈਂਟਸ, ਰਾਈਟ। ਨੈਕਸਟ ਬੇਟੇ ਆ ਜਾਂਦਾ ਹੈ ਸੈਕੂਲਰ ਸਟੇਟ। ਸੈਕੂਲਰ ਸਟੇਟ ਦਾ ਤੁਹਾਨੂੰ ਪਤਾ ਹੈ ਜਿਸ ਦਾ ਆਪਣਾ ਕੋਈ ਵੀ ਧਰਮ ਨਹੀਂ ਹੁੰਦਾ, ਉਸ ਸਟੇਟ ਨੂੰ ਅਸੀਂ ਸੈਕੂਲਰ ਸਟੇਟ ਬੋਲਦੇ ਹਾਂ। ਦੈਨ ਯੂਨੀਵਰਸਲ ਅਡਲਟ ਫਰੈਂਚਾਈਜ਼ੀ। ਇਹ ਵੀ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਯੂਨੀਵਰਸਲ ਅਡਲਟ ਫਰੈਂਚਾਈਜ਼ੀ ਦਾ ਮਤਲਬ ਕੀ ਹੈ? ਯੂਨੀਵਰਸਲ ਦਾ ਮਤਲਬ ਟੂ ਆਲ ਐਂਡ ਅਡਲਟ ਮੀਨਸ who are +18। ਠੀਕ ਹੈ, ਜਿੰਨੇ ਵੀ ਸਿਟੀਜ਼ਨਸ ਨੇ ਕੰਟਰੀ ਦੇ ਜਿਹੜੇ ਆਪਣੀ 18 ਸਾਲ ਦੀ ਏਜ ਪੂਰੀ ਕਰ ਚੁੱਕੇ ਨੇ, ਉਹਨਾਂ ਸਾਰਿਆਂ ਨੂੰ ਕਾਹਦਾ ਰਾਈਟ ਹੈ? ਰਾਈਟ ਟੂ ਵੋਟ। ਦੇ ਕੈਨ ਕਾਸਟ ਦੇਅਰ ਵੋਟ। ਉਹ ਆਪਣੀ ਵੋਟ ਕਾਸਟ ਕਰ ਸਕਦੇ ਨੇ। ਉਸ ਨੂੰ ਅਸੀਂ ਬੋਲਦੇ ਹਾਂ ਬੇਟੇ ਯੂਨੀਵਰਸਲ ਅਡਲਟ ਫਰੈਂਚਾਈਜ਼ੀ। ਨੈਕਸਟ ਬੱਚੇ ਕਾਫੀ ਇੰਪੋਰਟੈਂਟ ਆ ਜਾਂਦਾ ਹੈ ਫਿਰ ਤੁਹਾਡੇ ਲਈ ਸੋਰਸ ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ। ਜਿਹੜਾ ਸਾਡਾ ਕੌਨਸਟੀਟਿਊਸ਼ਨ ਹੈ ਉਸਦੇ ਸੋਰਸਸ ਕੀ ਕੀ ਨੇ? ਤਾਂ ਬਹੁਤ ਸਾਰੇ ਸੋਰਸਸ ਨੇ ਸਾਡੇ ਸੰਵਿਧਾਨ ਦੇ, ਜਿਨ੍ਹਾਂ ਤੋਂ ਵੱਖਰੇ ਵੱਖਰੇ ਜਿਹੜੇ ਨੇ ਉਹ ਪ੍ਰੋਵੀਜ਼ਨਸ ਲਏ ਗਏ ਨੇ। ਸਭ ਤੋਂ ਪਹਿਲਾਂ ਆਉਂਦਾ ਹੈ ਬੇਟੇ ਗਵਰਨਮੈਂਟ ਆਫ ਇੰਡੀਆ ਐਕਟ। ਠੀਕ ਹੈ, ਇਹ ਵਾਲਾ ਜਿਹੜਾ ਹੈ 1935 ਦੇ ਵਿੱਚ ਪਾਸ ਕੀਤਾ ਗਿਆ ਸੀਗਾ ਜੀ ਬ੍ਰਿਟੇਨ ਗਵਰਨਮੈਂਟ ਦੇ ਵੱਲੋਂ। ਮੇਜਰ ਜਿਹੜਾ ਸਾਡੇ ਕੌਨਸਟੀਟਿਊਸ਼ਨ ਦਾ ਲਗਭਗ 60% ਹਿੱਸਾ ਜਿਹੜਾ ਹੈ ਉਹ ਇਸੇ ਦੇ ਵਿੱਚੋਂ ਹੀ ਲਿਆ ਗਿਆ, ਜਾਂ ਤਾਂ ਐਜ਼ ਇਟ ਇਜ਼ ਜਾਂ ਥੋੜ੍ਹਾ ਬਹੁਤਾ ਚੇਂਜ ਕਰਕੇ। ਉਸ ਤੋਂ ਬਾਅਦ ਜਿਹੜੀਆਂ ਨੈਕਸਟ ਚੀਜ਼ਾਂ ਆਉਂਦੀਆਂ ਨੇ, ਪਹਿਲਾਂ ਅਸੀਂ ਦੇਖਦੇ ਹਾਂ ਕੈਨੇਡਾ ਤੋਂ। ਕੈਨੇਡਾ ਤੋਂ ਅਸੀਂ ਲਿਆਏ ਫੈਡਰਲ ਸਟਰਕਚਰ ਬੇਟੇ, ਇੱਕ ਪਾਵਰਫੁਲ ਸੈਂਟਰ। ਠੀਕ ਹੈ, ਉਹ ਇਸੇ ਤੋਂ ਹੀ ਅਸੀਂ ਲਿਆਏ। ਐਡਵਾਈਜ਼ਰੀ ਯੂਰੀਡਿਕਸ਼ਨ ਆਫ ਸੁਪਰੀਮ ਕੋਰਟ ਦੇ ਜਿਹੜੇ ਪ੍ਰੋਵੀਜ਼ਨ ਨੇ ਉਹ ਵੀ ਇੱਥੋਂ ਹੀ ਲਏ ਨੇ। ਇਹ ਜੋ ਲਿਖੇ ਹੋਏ ਨੇ, ਇਹ ਪ੍ਰੋਵੀਜ਼ਨ ਲਿਖੇ ਹੋਏ ਨੇ ਕਿ ਕਿੱਥੋਂ ਕਿੱਥੋਂ ਕਿਹੜੀ ਕੰਟਰੀ ਤੋਂ ਅਸੀਂ ਕਿਹੜਾ ਪ੍ਰੋਵੀਜ਼ਨ ਲਿਆਏ। ਦੈਨ ਆ ਜਾਂਦਾ ਜੀ USSR। USSR ਤੋਂ ਬੇਟੇ ਲਈਆਂ ਨੇ ਫੰਡਾਮੈਂਟਲ ਡਿਊਟੀਜ਼, ਆਈਡੀਆ ਆਫ ਜਸਟਿਸ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਦੇਖੋ ਦੋ ਤੁਹਾਡੇ ਹੋਏ ਨੇ ਰੈਵੋਲਿਊਸ਼ਨ, 1917 ਦਾ USSR ਦਾ, ਔਰ 17 ਜਿਹੜੀ ਸੈਂਚੁਰੀ ਦੇ ਵਿੱਚ ਹੋਇਆ ਸੀਗਾ ਤੁਹਾਡਾ ਫ੍ਰੈਂਚ ਰੈਵੋਲਿਊਸ਼ਨ। USSR ਦਾ ਰੈਵੋਲਿਊਸ਼ਨ ਔਰ ਫ੍ਰੈਂਚ ਰੈਵੋਲਿਊਸ਼ਨ, ਇਹਨਾਂ ਦੋਨੋਂ ਹੀ ਰੈਵੋਲਿਊਸ਼ਨ ਤੋਂ ਅਸੀਂ ਆਈਡੀਆਜ਼ ਲਏ ਨੇ। ਫ੍ਰੈਂਚ ਰੈਵੋਲਿਊਸ਼ਨ ਨੇ ਦਿੱਤਾ ਹੈ ਆਈਡੀਆ ਬੇਟੇ ਪੂਰੇ ਵਰਲਡ ਨੂੰ ਲਿਬਰਟੀ, ਇਕੁਐਲਿਟੀ ਔਰ ਫਰਟਰਨਿਟੀ ਦਾ, ਔਰ USSR ਦਾ ਜਿਹੜਾ ਰੈਵੋਲਿਊਸ਼ਨ ਹੋਇਆ ਸੀ 1917 ਦਾ, ਉਹਨੇ ਦਿੱਤਾ ਹੈ ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਜਸਟਿਸ ਦਾ ਆਈਡੀਆ, ਰਾਈਟ। ਤੋ ਇਹ ਦੋਨੋਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਹੈ। ਨੈਸ਼ਨਲ ਐਮਰਜੈਂਸੀ ਦੇ ਪ੍ਰੋਵੀਜ਼ਨ ਜਿਹੜੇ ਨੇ ਉਹ ਅਸੀਂ ਜਰਮਨੀ ਤੋਂ ਲਏ ਨੇ ਬੱਚੇ। ਆਸਟ੍ਰੇਲੀਆ ਤੋਂ ਲਈਏ ਬੇਟਾ ਜੀ ਆਪਾਂ ਕਨਕਰੈਂਟ ਲਿਸਟ। ਸ਼ਡਿਊਲ 7 ਦੇ ਵਿੱਚ ਆਉਂਦੀ ਹੈ ਬੇਟਾ, ਜਿਹਦੇ ਵਿੱਚ ਪਾਵਰਸ ਦੀ ਡਿਵੀਜ਼ਨ ਕੀਤੀ ਗਈ ਹੈ। ਸਟੇਟ ਗਵਰਨਮੈਂਟ ਜਿਹੜੀ ਹੈ ਯੂਨੀਅਨ ਲਿਸਟ, ਸਟੇਟ ਲਿਸਟ ਔਰ ਕਨਕਰੈਂਟ ਲਿਸਟ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ। ਠੀਕ ਹੈ, ਇਸ ਤਰੀਕੇ ਨਾਲ ਕਨਕਰੈਂਟ ਲਿਸਟ। ਦੈਨ ਆ ਜਾਂਦਾ ਜੁਆਇੰਟ ਸਿਟਿੰਗ ਆਫ 2 ਹਾਊਸ ਆਫ ਪਾਰਲੀਮੈਂਟ। ਇਹ ਕੀ ਚੀਜ਼ ਹੈ ਬੱਚੇ? ਜਦੋਂ ਵੀ ਰਾਜ ਸਭਾ ਔਰ ਲੋਕ ਸਭਾ ਦੇ ਵਿਚਕਾਰ ਕਿਸੇ ਵੀ ਇਸ਼ੂ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵੀ ਜਿਹੜੇ ਨੇ ਉਹ ਮਤਭੇਦ ਪੈਦਾ ਹੋ ਜਾਂਦੇ ਨੇ, ਦੈਨ ਦੋਨੋਂ ਹਾਊਸ ਦੀ ਇੱਕ ਕਲੈਕਟਿਵ ਮੀਟਿੰਗ ਬੁਲਾਈ ਜਾਂਦੀ ਹੈ, ਉਸ ਨੂੰ ਬੋਲਿਆ ਜਾਂਦਾ ਹੈ ਜੁਆਇੰਟ ਸਿਟਿੰਗ ਆਫ 2 ਹਾਊਸ। ਜਾਪਾਨ ਤੋਂ ਲਿਆ ਜੀ ਫੰਕਸ਼ਨ ਆਫ ਸੁਪਰੀਮ ਕੋਰਟ। ਦੈਨ ਆਇਰਲੈਂਡ,
ਆਇਰਲੈਂਡ ਦੇ ਕਨਸਟੀਟਿਊਸ਼ਨ ਤੋਂ ਬੇਟਾ ਆਪਾਂ ਲਏ ਨੇ DPSP। DPSP ਸਟੈਂਡ ਫॉर ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। Now what they are just a guideline to government by constitution। constitution ਦੇ ਵੱਲੋਂ ਗਵਰਨਮੈਂਟ ਨੂੰ ਕੁਝ ਡਾਇਰੈਕਸ਼ਨਸ ਜਿਹੜੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ DPSP ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਦੈਨ ਬੇਟੇ ਬ੍ਰਿਟੇਨ ਤੋਂ ਕਾਫੀ ਸਾਰੇ ਲਏ ਨੇ। ਐਕਚੁਅਲ ਵਿੱਚ ਬ੍ਰਿਟੇਨ ਪਾਰਲੀਮੈਂਟ ਜਿਹੜੀ ਹੈ ਨਾ ਉਹਨੂੰ ਬੋਲਿਆ ਜਾਂਦਾ ਹੈ ਮਦਰ ਆਫ ਆਲ ਪਾਰਲੀਮੈਂਟਸ। ਤਾਂ ਪਾਰਲੀਮੈਂਟ ਦੇ ਨਾਲ ਰਿਲੇਟਡ ਜਿੰਨੇ ਵੀ ਪ੍ਰੋਵੀਜ਼ਨ ਨੇ ਬੇਟੇ ਉਹ ਸਾਰੇ ਦੇ ਸਾਰੇ ਅਸੀਂ ਕਿੱਥੋਂ ਲਏ ਨੇ ਬ੍ਰਿਟਿਸ਼ ਪਾਰਲੀਮੈਂਟ ਤੋਂ। ਰੂਲ ਆਫ ਲਾਅ ਵੀ ਅਸੀਂ ਇਹਨਾਂ ਤੋਂ ਲਿਆ ਹੈ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਸਿੰਗਲ ਫਾਰਮ ਆਫ ਸਿਟੀਜ਼ਨਸ਼ਿਪ, ਬਾਈਕੈਮਰਲਿਜ਼ਮ। ਬਾਈਕੈਮਰਲਿਜ਼ਮ ਦਾ ਮਤਲਬ ਹੈ ਬੇਟਾ ਜਿਸ ਗਵਰਨਮੈਂਟ ਦੇ ਪਾਰਲੀਮੈਂਟ ਦੇ ਦੋ ਹਾਊਸ ਹੋਣ, ਰਾਈਟ। ਇੱਕ ਹੁੰਦੀ ਹੈ ਯੂਨੀਕੈਮਰਲ, ਇੱਕ ਹੁੰਦੇ ਨੇ ਬਾਈਕੈਮਰਲ। ਯੂਨੀਕੈਮਰਲ ਜਿੱਥੇ ਸਿਰਫ ਇੱਕ ਹਾਊਸ ਹੁੰਦਾ ਹੈ। ਅਗਰ ਆਪਾਂ ਪੰਜਾਬ ਲੈਜਿਸਲੇਚਰ ਦੀ ਗੱਲ ਕਰਦੇ ਹਾਂ ਤਾਂ ਸਿਰਫ ਇੱਕ ਹਾਊਸ ਹੈ ਵਿਧਾਨ ਸਭਾ। ਅਗਰ ਆਪਾਂ ਆਪਣੀ ਯੂਨੀਅਨ ਲੈਜਿਸਲੇਚਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਦੋ ਹਾਊਸ ਨੇ ਰਾਜ ਸਭਾ ਐਂਡ ਲੋਕ ਸਭਾ। ਦੈਨ ਬੇਟੇ ਆ ਜਾਂਦਾ ਹੈ ਸਾਊਥ ਅਫਰੀਕਾ। ਸਾਊਥ ਅਫਰੀਕਾ ਤੋਂ ਅਸੀਂ ਲਿਆ ਹੈ ਅਮੈਂਡਮੈਂਟ ਆਫ ਕੌਨਸਟੀਟਿਊਸ਼ਨ ਪ੍ਰੋਸੀਜਰ। ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨ ਦਾ ਪ੍ਰੋਸੀਜਰ ਅਸੀਂ ਆਇਰਲੈਂਡ ਤੋਂ ਲਿਆ ਸਾਊਥ ਅਫਰੀਕਾ ਤੋਂ ਲਿਆ ਬੇਟੇ। ਦੈਨ ਯੂਐਸਏ ਤੋਂ ਲਿਆ ਜੁਡੀਸ਼ੀਅਲ ਰਿਵਿਊ। ਫੰਡਾਮੈਂਟਲ ਰਾਈਟਸ ਵੈਰੀ ਇੰਪੋਰਟੈਂਟ। ਫੰਡਾਮੈਂਟਲ ਰਾਈਟਸ ਕਿੱਥੋਂ ਲਏ ਨੇ ਯੂਐਸਏ ਤੋਂ, ਇਹਦੇ ਬਾਰੇ ਤੁਹਾਨੂੰ ਸਵਾਲ ਆਏਗਾ। ਇੰਡੀਪੈਂਡੈਂਟ ਜੁਡੀਸ਼ਰੀ ਵੀ ਅਸੀਂ ਇੱਥੋਂ ਹੀ ਲਈਏ। ਐਂਡ ਇੰਪੀਚਮੈਂਟ ਪ੍ਰੋਸੈਸ ਆਫ ਪ੍ਰੈਜ਼ੀਡੈਂਟ। ਦੈਨ ਰਿਮੂਵਲ ਆਫ ਹਾਈ ਕੋਰਟ ਐਂਡ ਸੁਪਰੀਮ ਕੋਰਟ ਜੱਜਿਸ। ਇੰਪੀਚਮੈਂਟ ਪ੍ਰੋਸੈਸ ਕੀ ਹੈ ਬੇਟੇ, ਅਸੀਂ ਪ੍ਰੈਜ਼ੀਡੈਂਟ ਨੂੰ ਉਹਨਾਂ ਦੀ ਸੀਟ ਤੋਂ ਵੱਖਰਾ ਸਿਰਫ ਇਸ ਪ੍ਰੋਸੀਜਰ ਦੇ ਰਾਹੀਂ ਹੀ ਕਰ ਸਕਦੇ ਹਾਂ ਜਿਹਨੂੰ ਅਸੀਂ ਬੋਲਦੇ ਹਾਂ ਪ੍ਰੋਸੈਸ ਆਫ ਇੰਪੀਚਮੈਂਟ। ਔਰ ਇਹ ਕਦੋਂ ਲੱਗਦਾ ਹੈ ਜਦੋਂ ਉਹ ਉਹਨਾਂ ਦੀ ਕੌਨਸਟੀਟਿਊਸ਼ਨ ਦੀ ਵਾਇਓਲੇਸ਼ਨ ਹੁੰਦੀ ਉਹਨਾਂ ਦੇ ਵੱਲੋਂ ਦੈਨ। ਸੋ ਦੀਜ਼ ਆਰ ਦਾ ਮੇਜਰ ਸੋਰਸਸ ਆਫ ਦਾ ਕੌਨਸਟੀਟਿਊਸ਼ਨ। ਔਰ ਇਸ ਦੇ ਨਾਲ ਹੀ ਬੇਟੇ ਤੁਹਾਡਾ ਇਹ ਸਾਰਾ ਚੈਪਟਰ ਕੰਪਲੀਟ ਹੋ ਗਿਆ ਬੱਚੇ। ਜਿੰਨੀਆਂ ਵੀ ਇੰਪੋਰਟੈਂਟ ਪੁਆਇੰਟ ਸੀਗੇ ਚੈਪਟਰ ਦੇ ਉਹ ਆਪਾਂ ਸਾਰੇ ਕਰ ਲਏ ਨੇ ਜੀ, ਰਾਈਟ। ਹੁਣ ਕੁਝ ਵੀ ਜਿਹੜੀਆਂ ਚੀਜ਼ਾਂ ਇਸ ਚੈਪਟਰ ਤੋਂ ਵੱਖਰੀਆਂ ਨਹੀਂ ਰਹਿ ਗਈਆਂ, ਰਾਈਟ ਬੇਟੇ। ਥੈਂਕ ਯੂ ਬੇਟਾ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ। ਮਿਲਦੇ ਹਾਂ ਬੇਟੇ ਨੈਕਸਟ ਕਲਾਸ ਦੇ ਵਿੱਚ। ਟੇਕ ਕੇਅਰ, ਬਾਏ ਬਾਏ।